Welcome to Gold Home Reality Show, presented by Remax Gold and Gordy Kuman. मेरा नाम रवि धीर है. मेरा कॉन्टैक्ट नंबर 4377884195. नाजरीन, गोल्ड होम शो में खुश आमदेद. टोरंटो का सबसे मोतबर ऑथेंटिक रियलिटी शो प्रेजेंटेड बाय रीमैक्स गोल्ड एंड गॉडी कुमन जी, और मैं हूं आपका होस्ट. और ये शो जो है वो आपकी खिदमत में टोरंटो 360 की जानिब से पेश किया जाता है. आज हमने बड़े एक खसूसी मेहमान हैं हमारे रवि जी, उनको दावत दी है, तशरीफ़ लाए हैं शो में. और जैसे मैंने आपको बताया कि रीमैक्स गोल्ड एक बड़ा खूबसूरत गुलदस्ता है. उसमें तरह तरह के फूल हैं, फ्लावर्स हैं, परफ्यूम्स हैं, स्मेल्स हैं, खुशबू है और मोहब्बत और प्यार है. तो हर एजेंट जो है वो अपने तौर पे एक एसोसिएशन है, उसकी अपनी एक फील्ड है, उसका अपना एक काम करने का तरीक़ाकार है और वो उसी तरीक़ाकार से आपको सर्व करता है. तो आइए मिलते हैं रवि धीर जी. वेलकम सर. Thank you so much sir for your kind words. बहुत शुक्रिया सर, बड़ी मेहरबानी. रवि जी, सब तो पहले तो मैं ਤੁਹਾਨੂੰ ਤੁਹਾਡੀ ਜਿਹੜੀ ਰੈਂਕਿੰਗ ਆਈ ਹੈ ਉਹਦੇ ਤੇ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਸਰ. ਵੀ ਆਰ ਵੈਰੀ ਪ੍ਰਾਊਡ ਆਫ ਯੂ. ਰੀਮੈਕਸ ਗੋਲਡ ਇਜ਼ ਵੈਰੀ ਪ੍ਰਾਊਡ ਆਫ ਯੂ. ਗੋਡੀ ਗੁਮਨ ਜੀ, ਮੀ, ਐਵਰੀਬਾਡੀ ਇਜ਼ ਪ੍ਰਾਊਡ ਆਫ ਯੂ. ਤੇ ਜ਼ਰਾ ਸਾਡੇ ਨਾਜ਼ਰੀਨ ਨੂੰ ਦੱਸਣਾ ਕਿ ਤੁਹਾਨੂੰ ਕਿਹੜੀ ਰੈਂਕਿੰਗ ਮਿਲੀ ਹੈ. ਸਾਡੀ ਰੀਮੈਕਸ ਦੇ ਵਿੱਚ ਆਲ ਓਵਰ ਕੈਨੇਡਾ ਦੇ ਵਿੱਚ ਟੌਪ 100 ਦੇ ਵਿੱਚ ਆਇਆ ਤੇ 99 ਰੈਂਕ ਆਇਆ, ਤੇ ontario ਦੇ ਵਿੱਚ ਟੌਪ 100 ਤੇ 80 ਨੰਬਰ ਰੈਂਕ ਆਇਆ ਸਾਡਾ. ਵੈਰੀ ਗੁੱਡ ਸਰ, ਵੈਰੀ ਗੁੱਡ, ਵੈਰੀ ਗੁੱਡ. ਰਵੀ ਜੀ, ਕੀ ਫੀਲ ਕਰਦੇ ਹੋ ਤੁਸੀਂ ਰੈਂਕ ਜਿਹੜਾ ਤੁਹਾਨੂੰ ਇੰਨਾ ਵੱਡਾ ਆਨਰ ਮਿਲਿਆ ਹੈ? ਵਾਟ ਡੂ ਯੂ ਫੀਲ? ਕੀ ਮਤਲਬ? ਮੈਂ ਸੋਚਿਆ ਨਹੀਂ ਸੀਗਾ ਓਨੈਸਟਲੀ ਜਦੋਂ ਮੈਂ ਆਪਣਾ ਰੀਅਲ ਸਟੇਟ ਕਰੀਅਰ ਸ਼ੁਰੂ ਕੀਤਾ ਕਿ ਅਸੀਂ ਇੰਨੀ ਜਲਦੀ ਇਸ ਰੈਂਕਿੰਗ ਤੇ ਆਵਾਂਗੇ, ਬਿਕੋਜ਼ ਲੋਕੀ ਕਹਿੰਦੇ ਸੀ ਮਾਰਕੀਟ ਕ੍ਰੈਸ਼ ਹੋ ਰਹੀ ਹੈ ਤੇ ਤੁਸੀਂ ਕਿਵੇਂ ਕਰੋਗੇ. ਬਟ ਰੀਮੈਕਸ ਗੋਲਡ ਦੀ ਹੈਲਪ, ਗੋਲਡੀ ਭਾਜੀ ਦੀ ਹੈਲਪ ਤੇ ਉੱਪਰ ਵਾਲੇ ਦੀ ਹੈਲਪ ਦੇ ਨਾਲ ਅਸੀਂ ਇਹ ਰੈਂਕਿੰਗ ਦੇ ਆਏ ਤੇ ਅੰਦਰੋਂ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਅਸੀਂ ਕੁਝ ਕੀਤਾ ਆ ਕੇ ਇੱਥੇ ਕਿ ਲੋਕਾਂ ਨੇ ਤੁਹਾਡੇ ਤੇ ਟਰਸਟ ਕੀਤਾ. ਯੈਸ, ਕਿਉਂਕਿ ਉੱਤੇ ਵਾਲਾ ਤੇ ਜਿਹੜਾ ਨਾ ਉਹ ਤਾਂ ਬਲੇਸਿੰਗ ਹੈ ਨਾ. ਬਿਲਕੁਲ ਜੀ. ਤੇ ਅਸਲ ਤੇ ਜਿਹੜੀ ਐਪਰੀਸੀਏਸ਼ਨ ਹੁੰਦੀ ਹੈ ਉਹ ਤੇ ਉੱਤੇ ਵਾਲਾ ਜਿਹੜਾ ਉਹ ਲੋਕਾਂ ਤੋਂ ਦਵਾਉਂਦਾ ਹੈ ਨਾ. ਨਹੀਂ, ਬਿਲਕੁਲ. ਜਿਹੜੀ ਸਾਡੀ ਫੈਮਿਲੀ ਸਾਡੇ ਨਾਲ ਜੁੜੀਆਂ ਨੇ, ਉਹਨਾਂ ਨੇ ਸਾਡੇ ਟਰਸਟ ਕੀਤਾ ਤੇ ਅਸੀਂ ਉਹਨਾਂ ਦਾ ਸਭ ਤੋਂ ਪਹਿਲਾਂ ਥੈਂਕਸ ਕਰਦੇ ਹਾਂ ਕਿ ਉਹਨਾਂ ਦੇ ਟਰਸਟ ਕਰਨ ਦੇ ਕਰਕੇ ਹੀ ਅਸੀਂ ਇਸ ਰੈਂਕਿੰਗ ਦੇ ਆਏ ਹਾਂ. ਵੈਰੀ ਗੁੱਡ ਸਰ, ਵੈਰੀ ਗੁੱਡ. ਅੱਛਾ, ਬਹੁਤ ਸਾਰੀ ਗੱਲਾਂ ਤੁਹਾਡੇ ਨਾਲ ਕਰਨ ਵਾਲੀਆਂ ਰਵੀ ਜੀ. ਪਹਿਲੇ ਤਾਂ ਇਹ ਦੱਸੋ ਕਿ ਤੁਹਾਡਾ ਕੋਰ ਏਰੀਆ ਜਿਹੜਾ ਹੈ ਉਹ ਕਿਚਨਰ, ਵਾਟਰਲੂ, ਗਲਫ, ਉਸ ਪਾਸੇ ਵਾਲਾ? ਬਿਲਕੁਲ ਜੀ. ਸਾਡਾ ਪਿਓਰ ਕੋਰ ਏਰੀਆ ਜਿਹੜਾ ਹੈਗਾ ਰੀਜਨ ਆਫ ਵਾਟਰਲੂ ਆ ਜੀ, ਜਿਹਦੇ ਵਿੱਚ ਕਿਚਨਰ, ਵਾਟਰਲੂ, ਕੈਂਬਰਿਜ ਤੇ ਨਾਲ ਤੁਹਾਡਾ ਬ੍ਰਿਜ਼ਲੂ ਤੇ ਗੁਐਲਫ ਆ ਜਾਂਦਾ ਤੇ ਨਾਲ ਇੱਕ ਬ੍ਰੈਂਡਫੋਰਡ ਸਿਟੀ ਵੀ ਆ ਜਾਂਦੀ ਆ ਉਹਦੇ ਵਿੱਚ. ਅੱਛਾ ਜੀ. ਤੇ ਉਹ ਤੁਸੀਂ ਉਹ ਏਰੀਆ ਕਿਉਂ ਚੂਜ਼ ਕੀਤਾ ਸਰ? ਜਦੋਂ ਮੈਂ ਕੈਨੇਡਾ ਦੇ ਵਿੱਚ ਆਇਆ ਜੀ, ਮੈਂ ਸਭ ਤੋਂ ਵੱਡੀ ਪੇਨ ਇਹ ਦੇਖੀ ਕਿ ਅਫੋਰਡੇਬਿਲਟੀ ਇਸ਼ੂ ਡੇ ਬਾਏ ਡੇ ਆ ਰਿਹਾ ਸਭ ਨੂੰ. ਅੱਛਾ ਜੀ. ਲੋਕੀ ਕੀ ਕਰਦੇ ਨੇ ਕਿ ਆਪਾਂ ਕੋਂਡੋ ਲੈ ਲੈਂਦੇ ਆ, ਅਪਾਰਟਮੈਂਟ ਲੈ ਲੈਂਦੇ ਆ, ਤੇ ਮੈਨੂੰ ਇਹ ਹੁੰਦਾ ਸੀ ਕਿ ਜੇ ਤੁਸੀਂ ਹਵਾ 'ਚ ਹੀ ਰਹਿਣਾ ਤੇ ਜ਼ਮੀਨ ਕਿੱਥੇ ਗਈ ਤੁਹਾਡੀ. ਤੇ ਅਸੀਂ ਫਿਰ ਡਿਸਾਈਡ ਕੀਤਾ, ਅਸੀਂ ਇਦਾਂ ਦੇ ਏਰੀਆ ਲੱਭਣੇ ਸ਼ੁਰੂ ਕੀਤੇ ਕਿ ਜਿਹੜਾ GTA ਦੇ ਲਾਗੇ ਹੋਵੇ ਤੇ ਆਪਣੀ ਕਮਿਊਨਿਟੀ ਉੱਥੇ ਮੂਵ ਵੀ ਕਰ ਸਕੇ ਤੇ ਰਹਿੰਦੀ ਵੀ ਹੋਵੇ ਉੱਥੇ. ਠੀਕ ਹੈ ਜੀ. ਫਿਰ ਅਸੀਂ ਡਿਸਾਈਡ ਕੀਤਾ ਕਿ ਜਦੋਂ ਸਾਰਾ ਅਸੀਂ ਈਸਟ, ਵੈਸਟ, ਨਾਰਥ, ਸਾਊਥ ਘੁੰਮੇ ਤੇ ਸਾਨੂੰ KWC ਜਿਹੜਾ ਰੀਜਨ ਆਫ ਵਾਟਰਲੂ ਆ ਸਭ ਤੋਂ ਜ਼ਿਆਦਾ ਅਗਰੈਸਿਵ ਲੱਗਾ, ਕਿਉਂਕਿ ਮਿਲਟਨ ਤੋਂ ਮਿਸੀਸਾਗਾ ਤੋਂ ਹਾਰਡਲੀ 35-40 ਮਿੰਟ ਦੀ ਡਰਾਈਵ ਤੇ ਕੈਂਬਰਿਜ ਆ ਜਾਂਦਾ ਜੀ. ਠੀਕ ਹੈ ਜੀ. ਉੱਥੇ ਆਪਣੀ ਮਸਜਿਦ ਵੀ ਮਿਲ ਜਾਂਦੀ ਆ ਆਪਾਂ ਨੂੰ, ਉੱਥੇ ਆਪਣੇ ਮਸਰਦੇ ਵੀ ਮਿਲ ਜਾਂਦੇ, ਮਦਰਸੇ ਵੀ ਮਿਲ ਜਾਂਦੇ ਆ ਜੀ. ਠੀਕ ਹੈ ਜੀ. ਪਲੱਸ ਬੱਚਿਆਂ ਲਈ ਐਜੂਕੇਸ਼ਨ ਕਰਨ ਲਈ ਉੱਥੇ ਯੂਨੀਵਰਸਿਟੀਜ਼ ਵੀ ਮਿਲ ਜਾਂਦੀਆਂ ਆ, ਕਿਉਂਕਿ ਯੂਨੀਵਰਸਿਟੀ ਆਫ ਵਾਟਰਲੂ, ਲੋਰੀਅਰ ਯੂਨੀਵਰਸਿਟੀ ਉੱਥੇ ਆ ਜਾਂਦੀ ਆ. ਤੀਜਾ, ਉੱਥੇ ਬਹੁਤ ਫੇਮਸ ਕੋਨਸਟੋਗਾ ਕਾਲਜ ਵੀ ਆ ਜਾਂਦਾ ਫॉर ਇੰਟਰਨੈਸ਼ਨਲ ਸਟੂਡੈਂਟਸ. ਠੀਕ ਹੈ ਜੀ. ਚੌਥਾ, ਸਿਲੀਕਨ ਵੈਲੀ ਡਿਕਲੇਅਰ ਕੀਤੀ ਗਈ ਆ ਕੈਨੇਡਾ ਦੀ ਕਿਚਨਰ ਨੂੰ ਫॉर IT ਹਬ ਲਈ, ਤੇ ਉੱਥੇ IT ਦੀ ਜੌਬਸ ਵੀ ਬਹੁਤ ਨੇ. ਫਿਰ ਕਈ ਲੋਕਾਂ ਨੂੰ ਇਹ ਹੁੰਦਾ ਸੀਗਾ ਕਿ ਅਸੀਂ ਤਾਂ ਟੋਰਾਂਟੋ ਡਾਊਨਟਾਊਨ ਜੌਬ ਕਰਦੇ ਆ, ਪਰ ਅਸੀਂ ਲੈਣਾ ਵੀ ਘਰ ਆ, ਤੇ ਅਸੀਂ ਉਹ ਵੀ ਲੱਭਿਆ ਕਿ ਉੱਥੇ ਗੋ ਟ੍ਰੇਨ ਜਾਂਦੀ ਹੈ ਜਿਹੜੀ ਸਿੱਧੀ ਡਾਇਰੈਕਟ ਯੂਨੀਅਨ ਸਟੇਸ਼ਨ ਜਾਂਦੀ ਆ, ਜਿਹੜੀ 1.5 ਘੰਟੇ ਦੇ ਵਿੱਚ ਜਾਂ ਸਵਾ ਘੰਟੇ 'ਚ ਉੱਥੇ ਪਹੁੰਚ ਜਾਂਦੀ ਆ, ਤੇ ਬੰਦਾ ਆਪਣਾ ਵਧੀਆ ਸੁਪਨਿਆਂ ਦਾ ਘਰ ਉੱਥੇ ਲੈ ਵੀ ਲੈਂਦਾ ਆ. ਠੀਕ ਹੈ ਜੀ. ਫਿਰ ਉਸ ਤੋਂ ਬਾਅਦ ਅਸੀਂ ਅਗਲੀ ਚੀਜ਼ ਦੇਖੀ ਕਿ ਆਪਣੀ ਗਰੋਸਰੀ ਤੇ ਰੈਸਟੋਰੈਂਟਸ ਵੀ ਹੋਣੇ ਚਾਹੀਦੇ, ਕਿਉਂਕਿ ਸਾਨੂੰ ਆਦਤਾਂ ਹੁੰਦੀਆਂ ਦਾਫਤਾ ਕਰਨ ਦੀਆਂ. ਠੀਕ ਹੈ ਜੀ. ਤੇ ਉਹ ਵੀ ਸਭ ਕੁਝ ਉੱਥੇ ਮਿਲਦਾ ਸੀਗਾ. ਸੋ ਇਸ ਕਰਕੇ ਅਸੀਂ ਉਸ ਰੀਜਨ ਨੂੰ ਕੀਤਾ ਕਿ ਨਾਲੇ
ਉਸ ਰੀਜਨ ਦੇ ਵਿੱਚ ਇੱਕ ਹੋਰ ਸੀਗਾ ਕਿ ਆਪਣੇ ਰੀਅਲਟਰ ਘੱਟ ਸੀਗੇ ਆਪਣੀ ਕਮਿਊਨਿਟੀ ਦੇ ਜਿਹੜੇ ਵਧੀਆ ਕੰਮ ਕਰਦੇ ਹੋਣ, ਤੇ ਅਸੀਂ ਉਹ ਵੀ ਚੀਜ਼ ਉੱਥੇ ਆ ਕੇ ਕੀਤੀ ਕਿ ਅਸੀਂ ਕੰਮ ਕਰੀਏ ਤੇ ਆਪਣੀ ਕਮਿਊਨਿਟੀ ਨੂੰ ਉੱਥੇ ਗਰੋ ਕਰਾਈਏ। ਅੱਛਾ ਅੱਛਾ, ਐਕਸੈਸਿਬਿਲਿਟੀ, ਹਾਂਜੀ ਇਹਦਾ ਮਤਲਬ ਹੈ ਕਿ ਗੋ ਜਿਹੜੀ ਹੈ ਉਹ ਯੂਨੀਅਨ ਸਟੇਸ਼ਨ ਤਾਂ ਡਾਇਰੈਕਟ ਆਂਦੀ ਹੈ। ਬਿਲਕੁਲ ਜੀ। ਔਰ ਉੱਥੋਂ ਮਿਸਿਸਾਗਾ ਬਰੈਂਪਟਨ ਆਣਾ ਵੀ ਫਿਰ ਆਸਾਨ ਬਰੈਂਪਟਨ ਜੇ ਤੁਸੀਂ ਆਣਾ ਆ ਤੁਹਾਨੂੰ ਮਾਊਂਟ ਪਲੇਜ਼ੈਂਟ ਗੋ ਸਟੇਸ਼ਨ 30 ਮਿੰਟਸ ਜਾਂ 40 ਮਿੰਟਸ ਦੇ ਵਿੱਚ ਪਹੁੰਚਾ ਦਿੰਦਾ ਉੱਥੋਂ। 30-40 ਮਿੰਟਸ ਜਾਂ ਤੁਸੀਂ ਜੇ ਬਰੈਂਪਟਨ 'ਚ ਵੀ ਤੁਸੀਂ ਰਹਿਣਾ ਜੌਬ ਕਰਦੇ ਹੋ, ਮਿਸਿਸਾਗਾ ਟੋਰਾਂਟੋ 'ਚ ਕਰਦੇ ਹੋ, ਬਿਲਕੁਲ ਤੇ ਯੂ ਕੈਨ ਜਸਟ ਟਰੈਵਲ ਵਿਦਿਨ 1 ਆਵਰ। ਬਿਲਕੁਲ। ਔਰ ਉੱਪਰੋਂ ਉੱਥੇ ਇੱਕ ਹੋਰ ਚੀਜ਼ ਸੀਗੀ ਜੀ, ਟੋਯੋਟਾ ਦਾ ਪਲਾਂਟ ਤੇ ਮਲਟੀਪਲ ਲਾਈਕ 35 ਤੋਂ 40 ਅੱਗੇ ਫੈਕਟਰੀਆਂ ਸੀਗੀਆਂ ਜਿੱਥੇ ਜੌਬਸ ਬਹੁਤ ਜ਼ਿਆਦਾ ਸੀਗੀਆਂ। ਹਾਂਜੀ। ਤੇ ਇੱਕ ਹੋਰ ਚੀਜ਼ ਸੀਗੀ ਉਹ 401 ਹਾਈਵੇ ਦੇ ਉੱਪਰ ਪੈ ਜਾਂਦਾ ਆ। ਤੇ ਕਈ ਆਪਣੇ ਬੰਦੇ ਟਰੱਕ ਚਲਾਉਂਦੇ ਸੀਗੇ, ਉਹਨਾਂ ਦੇ ਯਾਰਡ ਵੀ ਉੱਧਰ ਹੀ ਉਹਨਾਂ ਨੂੰ ਮਿਲਦੇ ਸੀਗੇ। ਤਾਂ ਉਹਨਾਂ ਨੂੰ ਟੋਰਾਂਟੋ ਐਡ, ਜੇ ਮੰਨ ਲਓ ਕਿ ਕਿਸੇ ਨੇ ਕਿਚਨਰ ਤੋਂ ਮਿਸਿਸਾਗਾ ਜਾਣਾ, ਉਹਨੇ ਟਰੱਕ ਲੈ ਕੇ ਜਾਣਾ ਤੇ 1 ਘੰਟਾ ਜਾਣਾ ਤੇ 1 ਘੰਟਾ ਉਹਨੂੰ ਆਣਾ ਵਾਪਸੀ ਫालतू ਪੈਂਦਾ ਸੀਗਾ। ਹੁਣ ਉਹ ਬੰਦਾ 2 ਘੰਟੇ ਦੀ ਡਰਾਈਵ ਬਚਾ ਲੈਂਦਾ ਤੇ ਆਪਣੇ ਘਰੇ ਪਹਿਲਾਂ ਪਹੁੰਚ ਜਾਂਦਾ ਸੀਗਾ। ਇੱਕ ਉਹ ਵੀ ਰੀਜ਼ਨ ਸੀਗਾ ਜੀ, ਉਹ ਵੀ ਰੀਜ਼ਨ ਸੀ। ਹਾਂਜੀ। ਤੇ नाज़रीन, जिस तरह के आपको रवि जी बता रहे हैं, बहुत सारे लोग जो है ना वो रिलक्टेंट होते हैं जी, मिसिसागा नहीं छड़ना, मिसिसागा नहीं छड़ना, और महंगे घर लेके फिर मॉर्गेजां दे मसले। तो रवि जी आपको ये बताने की कोशिश कर रहे हैं कि इनका कोर एरिया जो है वो वाटरलू रीजन है, किचनर, वाटरलू, गर्ल भी, सारे एरिया जो उस तरफ वेस्ट में हाईवे के ऊपर हैं। और गो ट्रेन की एक्सेस है, अगर आपने ब्रैम्पटन आना है 30 मिनट्स, मिसिसागा आना है 30 मिनट्स, डाउनटाउन जाना है 1 आवर में आप यूनियन स्टेशन पहुंच जाते हैं। तो ये सारी चीज़ों का फ़ायदा क्या है? मतलब आप वहाँ घर लेते हैं, आपको प्राइस का, एकोमोडेशन का और घरों की, नए घरों की बेहतरी का है। तो रवि जी, मैं तुहाडे को पूछना चाह रहे हैं कि फर्ज करो जो किसी ने वाटरलू रीजन 7 लाख का घर लेना है, हाँ जी, डिटैच हाउस, हाँ जी, मिल जाएगा सर? 110% आफ्टर रिबेट जो HST प्रोग्राम चला है, तो इस टाइम पे 680 का भी डिटैच घर ब्रांड न्यू आपको मिल जाएगा। वाह वाह, अच्छा जी। और ऊपर से अगर किसी को अगले साल की क्लोजिंग चाहिए वो भी मिलेगा, और बाय दिस ईयर चाहिए वो भी मिलेगा। वेरी गुड। और एक प्रोजेक्ट नहीं है, मल्टीपल प्रोजेक्ट्स है हमारे पास वहाँ के। अच्छा। और ऐसा नहीं है कि वो किचनर की या कैम्ब्रिज की ऐसी लोकेशन है जहाँ पे मूव नहीं करना चाहता, नहीं। इज वन ऑफ द बेस्ट जो उनके टाउनशिप अंदर है, सिटी के अंदर एरियाज है, वहाँ पे आपको मिलेंगे। अच्छा, हाँ जी, अच्छा 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 अच्छा, वेरी गुड सर। नाज़रीन, रवि जी का नंबर इन्होंने बताया भी, आप नोट करें और थोड़ा सा मूव करें। और ये ना सिर्फ आपको घर लेके देंगे, लेकिन आपका बिजनेस भी इस्टेब्लिश करेंगे, उस पे आते हैं, बाद में आते हैं। रवि जी, एक थोड़ा इन्ना, चूँकि जनाब की रैंकिंग बड़ी आई है और लोग सुनना चाह रहे हैं कि जी रियल स्टेट मार्केट है, प्राइसिस ते इफेक्ट होया, ठीक है जी, मिसिसागा च होया, ब्रैम्पटन च होया, डाउनटाउन च होया, एवरीवेयर होया, वाटरलू एरिया वगैरह उस साइड ते कितना इफेक्ट होया सर? देखो, इफेक्ट जेडी नेचुरली जो मार्केट के रिसेशन आया है, अच्छा, इफेक्ट 100% वहां पे भी हुआ है। अच्छा, ठीक है जी। फॉर एग्जांपल, जिस घर की हम बात कर रहे हैं जो आपको 680 का मिलेगा, वो एक टाइम पे, पीक टाइम पे वो घर अराउंड 11.5 लाख का मिलता था। अच्छा, हाँ जी। तो आप कह लो कि इस टाइम पे उस घर के अंदर प्राइसेस 4.5 से 5 लाख के करीब कम हो चुकी है। और सबसे ज्यादा अफोर्डेबिलिटी आ रही है। हाँ। अगर बंदा कहता है कि मैं 680 का भी मेरा बजट नहीं है, हाँ, और GTA के अंदर वो 5 लाख की 2 बेडरूम की कॉन्डो ले रहा है, तो मैं कहता हूं भाई इससे बेटर 5 लाख में मैं आपको टाउन हाउस, वो भी फ्री होल्ड किचनर में दिला देता हूँ। वेरी गुड सर, वेरी गुड। और उसमें 3 कमरे ऊपर से। वाह माशाल्लाह। देखिए 5 लाख में अगर फ्री होल्ड, जिसकी आपको कोई फीस ना देनी पड़े, कोई फीस, अगर आपको 5 लाख में वो मिलता है, तो इससे बेहतर नाज़रीन क्या सूरत हाल हो सकती है। रवि जी, यह दसो कि नए आने वाले जोड़े बंदे ने, न्यू कमर्स बहुत सारे आते हैं, और जोड़े फर्स्ट टाइम बायर्स, ठीक है जी, फर्स्ट टाइम बायर तो मे भी 4-5 ईयर्स ओल्ड, 6 ईयर्स ओल्ड हो सकता है कि कैनेडा च आके सैटलमेंट, तो पता है वो 1000 डे का रूल है कि 3 साल तो लगते ही लगते हैं। बिल्कुल जी। तो न्यू कमर जोड़े ने वो भी आ रहे हैं, तो इन्हों की एडवाइस करोगे तुसीं सर?
ਮੈਂ ਨਾ ਤੁਹਾਨੂੰ ਇੱਕ ਸਟੋਰੀ ਛੋਟੀ ਜਿਹੀ ਸੁਣਾਉਣਾ ਜੀ। ਜੀ ਸਰ। ਸਾਡੇ ਕਲਾਇੰਟ ਸੀਗੇ ਇਟੋਬੀਕੋ ਰਹਿੰਦੇ ਸੀਗੇ। ਅੱਛਾ ਜੀ। ਠੀਕ ਹੈ ਜੀ। ਜਦੋਂ ਉਹ ਕੈਨੇਡਾ ਚ ਆਏ ਨਾ ਤੇ ਹਸਬੰਡ ਉਬਰ ਚਲਾਉਣ ਲੱਗ ਗਿਆ ਤੇ ਵਾਈਫ ਉਹਦੀ ਉੱਥੇ ਇਟੋਬੀਕੋ ਦੇ ਹੀ ਸਰਾਊਂਡਿੰਗ ਟੋਰਾਂਟੋ ਦੇ ਵਿੱਚ ਜੌਬ ਲੱਭਣ ਲੱਗ ਗਏ। ਹਾਂਜੀ ਹਾਂਜੀ। ਤੇ ਉਹ $1450 ਦੀ ਮੰਥਲੀ ਬੇਸਮੈਂਟ ਰੈਂਟ ਪੇ ਕਰਦੇ ਸੀਗੇ। ਅੱਛਾ ਜੀ। ਠੀਕ ਹੈ ਜੀ। ਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ, ਦੇ ਸੈਟ ਲਾਈਕ ਅਸੀਂ ਘਰ ਬਾਏ ਕਰਨਾ ਚਾਹੁੰਦੇ ਆ। ਹਾਂ। ਸਾਡੇ ਪੇੜ ਚੱਲ ਕੀ ਹੈ ਕਿ ਅਸੀਂ ਸਾਰੇ ਲੋਕੀ GTA ਨੂੰ ਪਸੰਦ ਕਰਦੇ ਆ ਜੀ। GTS ਜੌਬ ਬਹੁਤ ਜ਼ਿਆਦਾ ਨੇ। ਅੱਛਾ। ਬਟ ਨਹੀਂ, ਸਾਡੇ ਕਲਾਇੰਟ ਨੇ ਸਾਡੇ ਥਰੂ ਕਿਚਨਰ ਦੇ ਵਿੱਚ ਘਰ ਲਿੱਤਾ। ਵਾਈਫ ਨੂੰ ਰੀਜਨ ਆਫ ਵਾਟਰਲੂ ਦੇ ਵਿੱਚ $36 ਪਰ ਆਵਰ ਦੇ ਹਿਸਾਬ ਨਾਲ ਜੌਬ ਮਿਲੀ। ਰਾਈਟ ਸਰ। ਹਸਬੈਂਡ ਉਹਨਾਂ ਨੇ ਰੀਅਲ ਸਟੇਟ ਦਾ ਕੰਮ ਸ਼ੁਰੂ ਕੀਤਾ। ਠੀਕ ਹੈ ਜੀ। ਅੱਜ ਉਹ ਬੰਦੇ ਦੀ ਰੈਂਕਿੰਗ ਟੌਪ 100 ਹੈ। ਸਟੋਰੀ ਮੇਰੀ ਆ। ਅੱਛਾ। ਕਹਿਣ ਦਾ ਮਤਲਬ ਇਹ ਹੈ ਕਿ ਰੀਜਨ ਆਫ ਵਾਟਰਲੂ ਦੇ ਵਿੱਚ ਜੇ ਕੋਈ ਫਸਟ ਟਾਈਮ ਹੋਮ ਬਾਇਰ ਆਂਦਾ ਆ ਤੇ ਕੋਈ ਵੀ ਨਵਾਂ ਬੰਦਾ ਬਸ਼ਿੰਦਾ ਕੈਨੇਡਾ ਲੈਂਡ ਵੀ ਕਰਦਾ ਈਵਨ, ਉਹ ਜਲਦੀ ਗਰੋ ਕਰੂਗਾ ਰੀਜਨ ਆਫ ਵਾਟਰਲੂ ਦੇ ਵਿੱਚ। ਰੀਜ਼ਨ ਕਿਉਂਕਿ ਕੰਪੀਟੀਸ਼ਨ ਸਭ ਤੋਂ ਘੱਟ ਹੈ ਜੀ। ਠੀਕ ਹੈ ਜੀ। ਠੀਕ ਹੈ ਜੀ। ਸੋ ਉਹਨਾਂ ਲਈ ਉਹ ਸਭ ਤੋਂ ਬੈਸਟ ਇਹ ਰਹਿੰਦਾ ਕਿ ਉੱਥੇ ਇੱਕ ਅਫੋਰਡੇਬਿਲਿਟੀ ਇਸ਼ੂ ਖਤਮ ਹੋ ਜਾਂਦਾ ਤੁਹਾਡਾ। ਅੱਛਾ ਜੀ। ਕਿਉਂਕਿ ਹਾਊਸ ਪ੍ਰਾਈਸਿਸ ਘੱਟ ਨੇ। 5 ਲੱਖ ਦਾ ਜੇ ਅਸੀਂ ਘਰ ਲੈਂਦੇ ਆ ਤੇ ਸਾਡਾ ਮੈਕਸਿਮਮ ਖਰਚਾ ਮਹੀਨੇ ਦਾ ਬਣਦਾ $2500 ਤੋਂ $3000। ਅੱਛਾ। ਜੇ ਇੱਥੇ ਤੁਸੀਂ ਟੋਰਾਂਟੋ ਦੇ ਵਿੱਚ ਉਹੀ ਘਰ ਦੀ ਮੰਨ ਲਓ ਕਿ ਤੁਸੀਂ ਅਪਾਰਟਮੈਂਟ ਕਿਰਾਏ ਤੇ ਲੈ ਲਿਆ ਤੇ 2500 ਦਾ ਤੁਸੀਂ ਰੈਂਟ ਪੇ ਕਰ ਰਹੇ ਹੋ ਉਹਦਾ ਅਪਾਰਟਮੈਂਟ ਦਾ, ਤੇ ਇਸ ਬੈਟਰ ਤੁਹਾਡਾ ਆਪਣਾ ਘਰ ਉੱਥੇ ਬਣ ਗਿਆ, ਤੁਹਾਡੀ ਅਫੋਰਡੇਬਿਲਿਟੀ ਈਜ਼ੀ ਹੋਗੀ। ਤੁਹਾਨੂੰ ਜੌਬਸ ਦੇ ਵਿੱਚ ਕੰਪੀਟੀਸ਼ਨ ਘੱਟ ਮਿਲਿਆ ਉੱਥੇ। ਕਿਉਂ ਘੱਟ ਮਿਲਿਆ? ਕਿਉਂਕਿ ਉੱਥੇ ਲੋਕੀ ਘੱਟ ਜਾਂਦੇ ਨੇ ਐਂਡ ਹੈਗਾ ਵੀ ਟੋਰਾਂਟੋ ਦੇ ਨਾਲ ਆ ਤੇ ਉੱਥੇ ਜੌਬਸ ਵੀ ਜ਼ਿਆਦਾ ਮਿਲਦੀਆਂ ਨੇ ਜੀ। ਤੁਹਾਡੀ ਅਫੋਰਡੇਬਿਲਿਟੀ ਸੈਕੰਡ ਇਸ਼ੂ ਖਤਮ ਹੋਇਆ। ਤੋ ਇਸ ਕਰਕੇ ਫਸਟ ਟਾਈਮ ਹੋਮ ਬਾਇਰ ਲਈ ਸਪੈਸ਼ਲੀ ਬਹੁਤ ਵਧੀਆ ਪਲੇਸ ਆ ਉਹ ਰਹਿਣ ਲਈ। ਪਲੇਸ ਹੈ। ਤੇ ਇਹਨਾਂ ਦੀ ਜਿਹੜੀ ਮੌਰਗੇਜਸ ਤੇ ਦੂਸਰੇ ਮਸਾਇਲ ਨੇ, ਯਕੀਨਨ ਤੁਹਾਡੀ ਟੀਮ ਹੈ ਔਰ ਉਹ ਤੁਸੀਂ ਇਹਨੂੰ ਸੋਲੂਸ਼ਨ ਰეკਮੈਂਡ ਤੇ ਕਰਦੇ ਹੋਗੇ ਮੌਰਗੇਜ ਵਗੈਰਾ ਦਾ? 100% ਜੀ। ਪਹਿਲੀ ਗੱਲ ਤਾਂ ਸਾਡੀ ਮੇਰੇ ਵਾਲਿਦ ਸਾਹਿਬ ਕਹਿੰਦੇ, ਫਾਦਰ ਸਾਹਿਬ ਕਹਿੰਦੇ ਹੁੰਦੇ ਕਿ ਤੁਹਾਡਾ ਕੰਮ ਜਿਹੜਾ ਸਾਡਾ ਕੰਮ ਆ ਇੱਕ ਮੈਰਿਜ ਪੈਲੇਸ ਵਾਂਗੂ ਆ। ਤੁਹਾਨੂੰ ਉੱਥੇ ਹਲਵਾਈ ਵੀ ਮਿਲ ਜਾਂਦਾ, ਮਤਲਬ ਮੌਰਗੇਜ ਏਜੰਟ ਵੀ ਮਿਲ ਜਾਂਦਾ, ਤੁਹਾਨੂੰ ਰੈਨੋਵੇਸ਼ਨ ਟੀਮ ਵੀ ਸਾਡੀ ਮਿਲਦੀ ਹੈ ਜੀ, ਕਲੀਨਿੰਗ ਟੀਮ ਵੀ ਸਾਡੀ ਮਿਲਦੀ ਹੈ ਤੁਹਾਨੂੰ ਉੱਥੇ, ਸਾਡਾ ਲੋਕਲ ਰੀਅਲਟਰ ਤੁਹਾਨੂੰ ਮਿਲਦਾ ਹੈ ਜੀ ਉੱਥੇ। ਆਫਿਸ ਦੇ ਵਿੱਚ ਅਸੀਂ ਪੂਰਾ ਉਹਨਾਂ ਨੂੰ ਗਾਈਡ ਕਰਦੇ ਹਾਂ। ਰੀਮੈਕਸ ਨੇ ਇੰਨੀ ਸਾਨੂੰ ਟ੍ਰੇਨਿੰਗ ਦਿੱਤੀ ਹੋਈ ਹੈ ਕਿ ਅਸੀਂ ਕਿਸੇ ਨੂੰ ਗਲਤ ਗਾਈਡ ਨਾ ਕਰੀਏ ਕੋਈ ਵੀ। ਗਲਤ ਗਾਈਡ। ਠੀਕ ਹੈ ਜੀ। ਤੇ ਹਰ ਚੀਜ਼ ਤੁਹਾਨੂੰ ਸਾਡੇ ਅੰਡਰ ਹੀ ਸਭ ਕੁਝ ਮਿਲਦਾ, ਤੁਹਾਨੂੰ ਬਾਹਰ ਕਿਸੇ ਕੋਲ ਜਾਣਾ ਹੀ ਨਹੀਂ ਪੈਂਦਾ। वेरी गुड सर, वेरी गुड। ऑल अंडर वन रूफ। ऑल अंडर वन रूफ जी। जनाब आपकी मॉर्गेज का भी होगा और आपका जनाब आपको पूरा ये गाइड करेंगे और बड़ी ऑनेस्टी के साथ गाइड करेंगे। इनकी रैंकिंग इनकी है वो इस बात का सबूत है कि इन पे ट्रस्ट जो है बहुत ज़्यादा है लोगों का। और आप भी रवि जी से रब्ता करें। रवि जी थोड़ा ही ना टॉपिक बदल दें आप, ਤੁਸੀਂ ਗੈਸ ਸਟੇਸ਼ਨ ਬੜੇ ਵੇਚਦੇ ਹੋ? ਹਾਂਜੀ ਬਿਲਕੁਲ ਜੀ। ਅੱਛਾ। ਗੈਸ ਸਟੇਸ਼ਨ ਹਰ ਬੰਦਾ, ਮੈਂ ਦੇਖਿਆ ਹੈ ਕਿ ਜਦ ਮੈਂ ਤਾਂ 25 ਸਾਲ ਹੋ ਗਏ ਨੇ ਰੇਲ ਸਟੇਸ਼ਨ। ਬਿਲਕੁਲ ਜੀ। ਹਰ ਬੰਦਾ ਕਹਿੰਦਾ ਜੀ ਮੈਨੂੰ ਗੈਸ ਸਟੇਸ਼ਨ ਲੈ ਦਿਓ। ਬਿਲਕੁਲ ਜੀ। ਠੀਕ ਹੈ ਜੀ। ਹੁਣ ਗੈਸ ਸਟੇਸ਼ਨ ਮੇਰੇ ਨਜ਼ਦੀਕ ਇੱਕ ਕਮਰਸ਼ੀਅਲ ਡੀਲ ਹੈ। ਬਿਲਕੁਲ ਜੀ। ਉਹਦੀ ਡਾਊਨ ਪੇਮੈਂਟ ਵੀ ਹੋਰ ਤਰ੍ਹਾਂ ਦੀ ਹੁੰਦੀ ਹੈ, ਉਹਦੇ ਲਵਾਜ਼ਮਾਤ ਵੀ ਹੋਰ ਤਰ੍ਹਾਂ ਦੇ ਹੁੰਦੇ। ਬਿਲਕੁਲ ਜੀ। ਤੇ ਜਿਹੜੇ ਲੋਕ ਇੰਟਰਸਟਿਡ ਨੇ ਗੈਸ ਸਟੇਸ਼ਨ ਦੇ ਵਿੱਚ, ਜ਼ਰਾ ਉਹਨਾਂ ਨੂੰ ਬਰੀਫ ਕਰੋਗੇ ਵਾਟ ਇਜ਼ ਗੈਸ ਸਟੇਸ਼ਨ? ਗੈਸ ਸਟੇਸ਼ਨ ਦਾ ਮਤਲਬ ਕੀ ਹੈ ਸਰ? ਗੈਸ ਸਟੇਸ਼ਨ ਦਾ ਮਤਲਬ ਇਹ ਹੈ ਤੁਹਾਡਾ ਰਿਟਾਇਰਮੈਂਟ ਪਲਾਨ। ਰਿਟਾਇਰਮੈਂਟ ਪਲਾਨ ਕਿਵੇਂ ਆ ਜੀ ਉਹ ਤੁਹਾਡਾ? ਉਹ ਸੁੱਕਾ ਕੰਮ ਆ। ਅੱਛਾ। ਤੁਹਾਨੂੰ ਰੈਸਟੋਰੈਂਟ ਖੋਲ ਕੇ ਉੱਥੇ ਲਾਈਕ ਕੁਕਿੰਗ ਦਾ ਕੰਮ ਨਹੀਂ ਕਰਨਾ ਉੱਥੇ ਜੀ। ਠੀਕ ਹੈ ਜੀ। ਤੁਹਾਨੂੰ ਆਪਣੀ ਇੱਕ ਇਨਵੈਸਟਮੈਂਟ ਕਰਤੀ ਤੇ ਤੁਹਾਡਾ ਆਟੋ ਪਾਇਲਟ ਦੇ ਵੀ ਗੈਸ ਸਟੇਸ਼ਨ ਚੱਲ ਪੈਂਦੇ ਨੇ। ਅੱਛਾ ਜੀ। ਫੋਰ ਐਗਜ਼ਾਮਪਲ ਸਾਡੇ ਇੱਕ ਸੀਨੀਅਰ ਕਲਾਇੰਟ ਨੇ, ਠੀਕ ਹੈ ਜੀ, ਉਹਨਾਂ ਦੇ ਕੋਲ 2 ਗੈਸ ਸਟੇਸ਼ਨ ਨੇ ਪਰ ਉਹ ਮਹੀਨੇ ਦੇ ਵਿੱਚ ਹਾਰਡਲੀ 2 ਜਾਂ 3 ਵਾਰ ਹੀ ਜਾਂਦੇ ਨੇ। ਅੱਛਾ ਜੀ। ਕਿਉਂਕਿ ਜਿੰਨੀਆਂ ਵੀ ਟ੍ਰਾਂਜੈਕਸ਼ਨ ਹੋਣੀਆਂ ਤੁਹਾਡੀਆਂ ਉਹ ਤੁਹਾਡੇ ਰਿਕਾਰਡ ਦੇ ਵਿੱਚ ਜਾਣੀ ਹੈ। ਕੈਸ਼ ਬਹੁਤ ਘੱਟ ਉੱਥੇ ਲੱਗਦਾ ਆ। ਅੱਛਾ। ਠੀਕ ਹੈ ਜੀ। ਠੀਕ ਹੈ ਜੀ। ਜਿੰਨੇ ਦਾ ਗੈਸ ਬਾਏ ਹੋਣੀ ਆ ਉਹ ਪਿੱਛੇ ਆਰਡਰ ਆਟੋਮੈਟਿਕਲੀ ਜਾ ਰਿਹਾ ਆ ਕਿਉਂਕਿ ਤੁਹਾਡਾ ਸਿਸਟਮ ਇਦਾਂ ਜਨਰੇਟ ਕੀਤਾ ਗਿਆ ਆ। ਜਿਹੜੀ ਗੈਸ ਵਿਕ ਰਹੀ ਆ ਉਹ ਵੀ ਆਟੋਮੈਟਿਕ ਡੈਬਿਟ ਕਾਰਡ ਕ੍ਰੈਡਿਟ ਕਾਰਡ ਤੋਂ ਵਿਕ ਰਹੀ ਆ ਤੁਹਾਡੀ। ਅੱਛਾ ਜੀ। ਤੇ ਤੁਹਾਨੂੰ ਗੈਸ ਸਟੇਸ਼ਨ ਦੇ ਵਿੱਚ ਆਟੋ ਪਾਇਲਟ ਤੇ ਜਾਕਰ ਵੀ ਇਨਕਮ ਆਂਦੀ ਹੈ। ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਤੋ ਗੈਸ ਸਟੇਸ਼ਨ ਖਰੀਦਣ ਲਈ ਕੀ ਲਵਾਜ਼ਮਾਤ ਤੁਸੀਂ ਕਹਿੰਦੇ ਹੋ, ਕੀ ਨੈਸੈਸਿਟੀਜ਼ ਨੇ, ਕੀ ਕੁਆਲੀਫਿकेशंस ਨੇ, ਕੀ ਉਹਨਾਂ ਦਾ ਕੀ तरीकाकार है कि नाज़रीन अगर आपने गैस स्टेशन में इंटरेस्टेड हैं तो आपके सामने अब गैस स्टेशन एक्सपर्ट हैं तो की तुसी किस तरह तुसी क्वालीफाई करते हो क्लाइंट? देखो गैस स्टेशन ਤੁਹਾਨੂੰ ਵਿਦਆਊਟ ਲੈਂਡ $2 ਲੱਖ ਤੋਂ ਵੀ ਸ਼ੁਰੂ ਹੋ ਜਾਂਦਾ
ਅੱਛਾ ਵਿਦ ਲੈਂਡ ਤੁਸੀਂ ਚਾਹੇ $10 ਮਿਲੀਅਨ ਦਾ ਲੈ ਲਓ। ਅੱਛਾ ਠੀਕ ਹੈ ਜੀ, ਉਹ ਤੁਹਾਡੇ ਤੇ ਆ। ਬਟ ਨਾਰਮਲੀ ਕੀ ਹੁੰਦਾ ਕਿ ਮੈਂ ਪ੍ਰੈਫਰ ਕਰਦਾ ਹਮੇਸ਼ਾ ਕਿ ਗੈਸ ਸਟੇਸ਼ਨ ਵਿਦ ਲੈਂਡ ਹੋਵੇ। ਅੱਛਾ ਕਿਉਂਕਿ ਲੈਂਡ ਦਾ ਰੇਟ ਇੱਕ ਵੱਖਰਾ ਵੱਧਦਾ ਰਹਿੰਦਾ ਤੇ ਤੁਸੀਂ ਇੱਕ ਪ੍ਰੋਫਿਟ ਨਹੀਂ ਲੈਂਦੇ, ਤੁਸੀਂ ਦੋ ਪ੍ਰੋਫਿਟ ਲੈਂਦੇ ਹੋ। 2 ਪ੍ਰੋਫਿਟ ਲੈਂਦੇ ਠੀਕ ਹੈ ਜੀ। ਠੀਕ ਹੈ ਸਰ। ਜੇ ਆਪਾਂ ਗੈਸ ਸਟੇਸ਼ਨ ਵਿਦ ਲੈਂਡ ਵਧੀਆ ਵਾਲਾ ਲੈਣਾ, ਆਪਣਾ $1 ਮਿਲੀਅਨ ਦੇ ਵਿੱਚ ਸ਼ੁਰੂ ਹੋ ਜਾਂਦਾ ਜੀ। ਅੱਛਾ ਜੀ। ਤੇ ਉਸ ਗੈਸ ਸਟੇਸ਼ਨ ਦੇ ਵਿੱਚ ਅਪਰੋਕਸੀਮੇਟਲੀ ਐਵਰੀ ਸਿੰਗਲ ਮੰਥ ਸਾਰੇ ਖਰਚੇ ਕੱਢਣ ਤੋਂ ਬਾਅਦ, ਤੁਹਾਡੀਆਂ ਮੌਰਗੇਜ ਵੀ ਕੱਢਣ ਤੋਂ ਬਾਅਦ, ਅੱਛਾ ਠੀਕ ਹੈ ਜੀ, ਤੁਸੀਂ ਘੱਟੋ ਘੱਟ ਵੀ ਤੁਸੀਂ ਕੰਮ ਵੀ ਨਾ ਕਰੋ ਉੱਥੇ ਜਾ ਕੇ ਤੇ ਘੱਟੋ ਘੱਟ ਵੀ $12,000 ਤੋਂ $15,000 ਤੁਸੀਂ ਬਣਾਉਂਦੇ ਹੋ ਤੇ ਤੁਹਾਡੀ ਇਨਵੈਸਟਮੈਂਟ ਆਪਣੀ ਆਂਦੀ ਹੈ $2.5 ਤੋਂ $3 ਲੱਖ ਦੀ ਬਸ। ਵੈਰੀ ਗੁੱਡ। ਤੇ ਉਹਦੇ ਵਿੱਚ ਤੁਹਾਡੀ ਲੈਂਡ ਵੀ ਬਣ ਜਾਂਦੀ ਆ ਹਾਂਜੀ ਤੇ ਤੁਹਾਡਾ ਇਨਕਮ ਰੈਗੂਲਰ ਵੀ ਸ਼ੁਰੂ ਹੋ ਜਾਂਦੀ ਹੈ। ਅੱਛਾ, ਯਾਨੀ 2.5-3 लाख के बीच जी, विच इज नथिंग। जो ਤੁਹਾਡੇ ਕੋਲ किसी आपके पास अगर नाज़रीन घर है तो उसमें आप लाइन ऑफ क्रेडिट भी 2.5 लाख की ले लें तो वो भी गैस स्टेशन बिल्कुल जी के लिए काफ़ी होगी। ਤੇ 2.5 ਲੱਖ ਦੇ ਵਿੱਚ ਤੁਸੀਂ ਇਹ ਸਾਰਾ ਸੈਟਅਪ ਕਰਕੇ ਦਿੰਦੇ ਹੋ ਵਿਦ ਲੈਂਡ ਜੀ। ਅਸੀਂ ਹੁਣੀ ਰੀਸੈਂਟਲੀ ਆਪਣੇ ਕਲਾਇੰਟ ਨੂੰ ਲੈ ਕੇ ਦਿੱਤਾ ਹੈ ਜੀ 960 ਦਾ। ਅੱਛਾ ਠੀਕ ਹੈ ਜੀ। ਨਾਰਥ ਵੈਸਟ ਸਾਈਡ ਆਫ GTA। ਅੱਛਾ ਬ੍ਰੈਂਪਟਨ ਤੋਂ 1.25 ਘੰਟੇ ਦੀ ਡਰਾਈਵ ਤੇ 960 ਦਾ ਲੈ ਕੇ ਦਿੱਤਾ, ਜਿਹਦੇ ਵਿੱਚ ਉਹਨਾਂ ਦੀ ਕਿਸ਼ਤਾਂ ਕੱਢਣ ਤੋਂ ਬਾਅਦ, EMPLOYEE ਸੈਲਰੀ ਕੱਢਣ ਤੋਂ ਬਾਅਦ ਅਪਰੋਕਸੀਮੇਟਲੀ ਮਿਨੀਮਮ $14,000 ਐਵਰੀ ਮੰਥ ਬਣ ਰਿਹਾ ਆ। ਅੱਛਾ ਹਾਂਜੀ ਅੱਛਾ, ਤੇ ਉਹ ਲੈ ਕੇ ਦਿੱਤਾ ਸੀ ਹੁਣੀ। ਵੈਰੀ ਗੁੱਡ। ਤੇ ਇਹ ਰਵੀ ਜੀ, ਦਿਸ ਇਜ਼ ਏ ਫੈਮਿਲੀ ਬਿਜ਼ਨਸ ਆਲਸੋ ਆਈ ਇਟਸ ਅ ਫੈਮਿਲੀ ਬਿਜ਼ਨਸ, ਕਿਉਂਕਿ 14,000 ਦਾ ਤੁਸੀਂ ਸੁੱਕਾ ਉਦਾਂ ਕਮਾ ਲਿਆ। ਜੇ ਬੰਦਾ ਆਪ ਕੰਮ ਕਰਦਾ ਤੇ ਆਪਣੀ ਸੈਲਰੀ ਕੱਢੇ ਤੇ ਉਹਦਾ ਬੰਦਾ 20,000 ਨੂੰ ਵੀ ਪਹੁੰਚ ਸਕਦਾ, ਫੈਮਿਲੀ ਕੰਮ ਕਰੇ ਤਾਂ ਜੀ। ठीक ठीक ठीक, वेरी गुड सर। अगर आप नाज़रीन अगर आप गैस स्टेशन में इंटरेस्टेड हैं तो आप रवि जी से ज़रूर रब्ता करें। आपके सामने मैंने बहुत बड़े एक्सपर्ट बिठाए हैं और घर के बारे में भी संजीदगी से गौर करें। ज़रूरी नहीं कि हम GTA में, टोरंटो में, मिसिसागा में महंगे महंगे घर ख़रीदें और उसके बाद फिर मॉर्गेज के चक्कर में पड़ जाए। अगर आपको 7 लाख में 680 में, बल्कि वो कह रहे हैं रवि जी आपको डिटैच हाउस मिल रहा है और वो भी बिल्डर से आपको दिलवा रहे हैं, तो इससे ज़्यादा सूरत अच्छी सूरत और यूनिवर्सिटीज़ भी हैं, फिर और भी हैं। रवि जी, इन्वेस्टमेंट प्रॉपर्टीज़ के बारे में की ख्याल है? ਜੇ ਤੁਸੀਂ ਇਨਵੈਸਟਮੈਂਟ ਦੀ ਗੱਲ ਕਰੋਗੇ, ਰੀਜਨ ਆਫ ਵਾਟਰਲੂ ਸਪੈਸ਼ਲੀ ਗੱਲ ਕਰਾਂ, ਸੋ ਹਾਈ ਓਕੇ, ਸੋ ਸਭ ਤੋਂ ਜ਼ਿਆਦਾ ਜੀ ਉੱਥੇ ਰੈਂਟ ਮਿਲਦਾ ਆ। ਰੀਜ਼ਨ ਕੀ ਆ? ਯੂਨੀਵਰਸਿਟੀ ਔਰ ਕਾਲਜਸ ਹੋਣ ਕਰਕੇ। ਵੈਰੀ ਗੁੱਡ ਸਰ। ਪਲੱਸ ਅੱਜ ਦੀ ਡੇਟ ਦੇ ਵਿੱਚ ਮਾਰਕੀਟ ਜਦੋਂ ਕ੍ਰੈਸ਼ ਹੋਈ ਹੈ ਤੇ ਇਮੀਗ੍ਰੇਸ਼ਨ ਵੀ ਰੋਕਤੀ ਗਈ। ਹਾਂਜੀ ਠੀਕ ਹੈ ਜੀ। ਤੇ ਜੇ ਇਮੀਗ੍ਰੇਸ਼ਨ ਰੋਕੀ ਤਾਂ ਆਪਾਂ ਨੂੰ ਸਭ ਨੂੰ ਦਿਮਾਗ ਦੇ ਵਿੱਚ ਆਂਦਾ ਕਿ ਸਟੂਡੈਂਟ ਤਾਂ ਰੁਕ ਗਿਆ ਤੇ ਰੈਂਟ ਤੇ ਕਿਵੇਂ ਚੜਨਗੀਆਂ। ਹਾਂਜੀ ਹਾਂਜੀ। ਪਰ ਰੀਜਨ ਆਫ ਵਾਟਰਲੂ ਦੀ ਖਾਸੀਅਤ ਇਹ ਹੈ ਕਿ ਉਹਦੇ 2 ਯੂਨੀਵਰਸਿਟੀ ਦੇ ਵਿੱਚ ਸਭ ਤੋਂ ਜ਼ਿਆਦਾ ਕੈਨੇਡੀਅਨ ਸਟੂਡੈਂਟ ਪੜਨ ਆਉਂਦੇ ਨੇ। ਅੱਛਾ ਜੀ। ਤੇ ਕੈਨੇਡੀਅਨ ਸਟੂਡੈਂਟ ਨਹੀਂ ਰੁਕਿਆ ਜੀ, ਕੈਨੇਡੀਅਨ ਸਟੂਡੈਂਟ ਉਨਾ ਹੀ ਆ ਰਿਹਾ ਆ ਉੱਥੇ ਪੜਨ ਲਈ, ਯੂਨੀਵਰਸਿਟੀ ਆਫ ਵਾਟਰਲੂ ਦੇ ਵਿੱਚ ਤੇ ਲੋਰੀਅਰ ਯੂਨੀਵਰਸਿਟੀ ਦੇ ਵਿੱਚ। ਅੱਛਾ ਜੀ। ਤੇ ਤੁਹਾਨੂੰ ਸਭ ਤੋਂ ਜ਼ਿਆਦਾ ਇਸ ਵੇਲੇ ਕੈਸ਼ ਫਲੋ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਉੱਥੇ ਹੀ ਮਿਲਦੀਆਂ ਨੇ। ਤੇ ਅੱਜ ਦੀ ਡੇਟ 'ਚ ਹਾਈ ਇੰਟਰਸਟ ਰੇਟ, ਲੋ ਇਮੀਗ੍ਰੇਸ਼ਨ ਦੇ ਵਿੱਚ ਵੀ ਜੇ ਕੋਈ ਬੰਦਾ 20% ਡਾਊਨ ਦੇ ਦਿੰਦਾ ਘਰ ਤੇ ਅਸੀਂ ਲਿਖ ਕੇ ਦਿੰਦੇ ਆ ਤੁਹਾਨੂੰ 1500 ਤੋਂ 2000 ਪ੍ਰਾਪਰਟੀ ਦੇ ਵਿੱਚ ਕੈਸ਼ ਫਲੋ ਐਵਰੀ ਮੰਥ ਮਿਲਦਾ ਆ। ਅੱਛਾ ਹਾਂਜੀ, ਵੈਰੀ ਗੁੱਡ ਸਰ। ਯਾਨੀ ਤੁਸੀਂ ਇਨਵੈਸਟਮੈਂਟ ਪ੍ਰਾਪਰਟੀਜ਼ ਵੀ ਸੁਜੈਸਟ ਕਰ ਰਹੇ ਹੋ। ਔਰ ਅੱਛਾ ਰਵੀ ਜੀ, ਕੁਝ ਥੋੜਾ ਜਿਹਾ ਮਿਸਿਸਾਗਾ ਬਰੈਂਪਟਨ ਦੀ ਮਾਰਕੀਟ ਨੂੰ ਡਿਸਕਸ ਕਰ ਲਈਏ। ਇੱਥੇ ਵੀ ਯਕੀਨਨ ਤੁਹਾਡਾ ਬਹੁਤ ਵੱਡਾ ਨੈਟਵਰਕ ਹੈ। ਇਸ ਲਈ ਬਾਇਰ ਲਈ ਤੁਹਾਡੇ ਕੋਲ ਕੀ ਇਨਸੈਂਟਿਵ ਨੇ? ਦੇਖੋ, ਇਹ ਡਿਪੈਂਡ ਕਰਦਾ ਕਿ ਜਦੋਂ ਮੰਨ ਲਓ ਫਸਟ ਟਾਈਮ ਹੋਮ ਬਾਇਰ ਦੀ ਗੱਲ ਕਰਦੇ ਹਾਂ। ਹਾਂਜੀ। ਫਸਟ ਟਾਈਮ ਹੋਮ ਬਾਇਰ ਨੂੰ ਅਸੀਂ ਬਰੈਂਪਟਨ ਦੇ ਵਿੱਚ ਰਾਈਟ ਨਾਓ ਆਫਟਰ ਰਿਬੇਟ 6,20,000 ਦੇ ਵਿੱਚ ਫ੍ਰੀ ਹੋਲਡ ਟਾਊਨ ਹਾਊਸ ਦਿਲਾ ਸਕਦੇ ਹਾਂ। 6,20,000 ਫ੍ਰੀ ਹੋਲਡ ਟਾਊਨ ਹਾਊਸ ਦਿਲਵਾ ਸਕਦੇ ਹਾਂ। ਠੀਕ ਹੈ। ਜੇ ਬੰਦੇ ਨੇ ਕੈਲੇਡਨ ਦੇ ਵਿੱਚ ਲੈਣਾ ਤੇ 7.5 ਲੱਖ ਦੇ ਵਿੱਚ ਅਸੀਂ ਫ੍ਰੀ ਹੋਲਡ ਟਾਊਨ ਹਾਊਸ ਦਿਵਾ ਸਕਦੇ ਹਾਂ ਜੀ। ਅੱਛਾ, ਹਾਂਜੀ ਠੀਕ ਹੈ ਜੀ। ਅਸੀਂ ਹੁਣੀ ਇੱਕ ਕਲਾਇੰਟ ਨੂੰ 2022 ਦੇ ਵਿੱਚ 1,55,000 ਦੀ ਪ੍ਰਾਪਰਟੀ ਵਿਕੀ ਹੋਈ 6,27,000 ਦੀ ਲੈ ਕੇ ਦਿੱਤੀ ਆ ਬਰੈਂਪਟਨ ਦੇ ਵਿੱਚ। ਹਾਂਜੀ, ਵੈਰੀ ਗੁੱਡ। ਜੇ ਕਿਸੇ ਬੰਦੇ ਨੇ ਮਿਸਿਸਾਗਾ ਹੀ ਰਹਿਣਾ ਆ ਤੇ ਮਿਸਿਸਾਗਾ ਦੇ ਵਿੱਚ ਵੀ ਜੀ 7 ਲੱਖ ਦੇ ਵਿੱਚ ਅਸੀਂ ਫ੍ਰੀ ਹੋਲਡ ਟਾਊਨ ਹਾਊਸ ਦਿਲਾ ਸਕਦੇ ਹਾਂ। ਵੈਰੀ ਗੁੱਡ। ਹਾਂਜੀ ਹਾਂਜੀ ਹਾਂਜੀ, ਜਿਨ੍ਹਾਂ ਦੀ ਕਲੋਜ਼ਿੰਗ ਅਗਲੇ ਸਾਲ ਦੀ ਆ। ਠੀਕ ਹੈ ਜੀ। ਹੁਣ ਓਵਰਆਲ ਜਿਹੜੀ ਰੀਅਲ ਏਸਟੇਟ ਮਾਰਕੀਟ ਹੈ ਇਹਦੇ ਵਿੱਚ ਸੈਲਰ ਲਈ ਕੀ ਇਨਸੈਂਟਿਵ ਨੇ ਤੁਹਾਡੇ? ਦੇਖੋ, ਸੈਲਰ ਲਈ ਬਹੁਤ ਕ੍ਰੂਸ਼ੀਅਲ ਮਾਰਕੀਟ ਹੈ। ਓਨੈਸਟਲੀ ਦੱਸਾਂ, ਲਾਈਕ ਇਟਸ ਵੈਰੀ ਹਾਰਡ ਕਿ ਤੁਹਾਡੀ ਪ੍ਰਾਪਰਟੀ ਜਲਦੀ ਸੇਲ ਹੋਵੇ। ਅੱਛਾ।
ਹੁਣ ਅਸੀਂ ਸੈਲਰ ਦੀ ਕਿਵੇਂ ਹੈਲਪ ਕਰ ਰਹੇ ਹਾਂ, ਸਾਡੇ ਕੋਲ ਅਪਰੋਕਸੀਮੇਟਲੀ ਸਾਡੇ ਸੋਸ਼ਲ ਮੀਡੀਆ ਦੇ ਤੁਸੀਂ ਜਾਓ ਫੇਸਬੁੱਕ, ਇੰਸਟਾਗ੍ਰam, ਟਿਕਟੌਕ ਤੇ ਸਾਡੇ ਕੋਲ 2 ਲੱਖ ਫੋਲੋਅਰਸ ਨੇ। ਅੱਛਾ ਜੀ। ਤੇ ਅਸੀਂ ਆਪਣੇ ਕਲਾਇੰਟ ਨੂੰ ਫ੍ਰੀ ਆਫ ਕੋਸਟ ਅਸੀਂ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਉਹਦੀ ਪ੍ਰਾਪਰਟੀ ਨੂੰ ਐਡਵਰਟਾਈਜ਼ ਕਰਨ ਦਾ। ਠੀਕ ਜੀ। ਤੁਹਾਡੇ ਹਵਾਲੇ ਨਾਲ ਵੀ ਅਸੀਂ ਕਰਦੇ ਹਾਂ ਜੀ, ਟੋਰਾਂਟੋ ਆਪਣੇ 360 ਡਿਗਰੀ ਦੇ ਨਾਲ ਪ੍ਰੋਗਰਾਮ ਦੇ ਨਾਲ। ਤੇ ਉਹਦੇ ਨਾਲ ਕੀ ਹੁੰਦਾ, ਜਿਹੜੀ ਪ੍ਰਾਪਰਟੀ ਅਦਰ ਰਿਐਲਟਰਸ 30 ਡੇਜ਼ ਦੇ ਵਿੱਚ ਸੇਲ ਕਰਦੇ ਆ, ਅਸੀਂ ਉਹੀ ਪ੍ਰਾਪਰਟੀ 10 ਤੋਂ 15 ਦਿਨ ਦੇ ਵਿੱਚ ਵੇਚ ਦਿੰਦੇ ਸੇਲ ਕਰ ਦਿੰਦੇ ਹੋ। ਠੀਕ ਹੈ ਜੀ, ਠੀਕ ਹੈ। ਅਸੀਂ ਇੱਕ ਉਹ ਸਰਵਿਸ ਪ੍ਰੋਵਾਈਡ ਕਰ ਰਹੇ ਆ ਉਹਨਾਂ ਨੂੰ। ਤੇ ਦੂਜੀ ਚੀਜ਼, ਕਈ ਵਾਰੀ ਇਦਾਂ ਵੀ ਹੁੰਦਾ ਕੋਈ ਬੰਦਾ ਬਿਲਕੁਲ ਹੀ ਮਰਿਆ ਹੋਇਆ ਆ, ਹਾਂਜੀ, ਮੀਨਸ ਕਿ ਉਹ ਉਹਨਾਂ ਦੀ ਪ੍ਰਾਪਰਟੀ ਚੋਂ ਕੁਝ ਪੈਸਾ ਨਿਕਲ ਨਹੀਂ ਰਿਹਾ, ਅਸੀਂ ਉਹ ਪ੍ਰਾਪਰਟੀ ਵੀ ਆਪਣੇ ਕੋਲੋਂ ਖਰਚਾ ਕਰਕੇ ਫ੍ਰੀ ਆਫ ਕੋਸਟ ਲਿਸਟ ਕਰ ਦਿੰਦੇ ਆ। ਠੀਕ ਜੀ। ਅਸੀਂ ਕੋਈ ਚਾਰਜ ਨਹੀਂ ਲੈਂਦੇ ਉਹਨਾਂ ਨੂੰ, ਤੇ ਫ੍ਰੀ ਆਫ ਕੋਸਟ ਲਿਸਟ ਕਰ ਦਿੰਦੇ ਆ ਬਿਕੋਜ਼ ਆਫ ਬੰਦੇ ਦੀ ਸਿਚੁਏਸ਼ਨ ਦੇਖ ਕੇ। ਅੱਛਾ, ਸੋ ਇਹ ਵੀ ਅਸੀਂ ਹੈਲਪ ਕਰ ਰਹੇ ਹਾਂ। ਤੁਸੀਂ ਇਹ ਵੀ ਹੈਲਪ ਕਰ ਰਹੇ ਹੋ। ਬਿਲਕੁਲ ਜੀ। ਕਿ ਤੁਸੀਂ ਜੇ ਫਰਜ਼ ਕਰੋ ਪ੍ਰਾਪਰਟੀ ਫਸੀ ਹੈ, ਹਾਂਜੀ, तो यू कैन हेल्प देम सेलिंग। 100%। सेलर लिए बड़ा, ये सेलर के लिए बहुत बड़ा इंसेंटिव। बहुत सारे लोग जो हैं वो अपनी प्रॉपर्टी बेचना चाहते हैं और रवि जी आपकी हेल्प करेंगे, इसलिए रवि जी से रब्ता करें। रवि जी हुन इट्स ऑल योर्स। ਸਾਡੇ ਕੋਲ 3-4 ਮਿੰਟ ਬਾਕੀ ਰਹਿ ਗਏ ਨੇ, ਤੁਸੀਂ ਜੋ ਮੈਸੇਜ ਨਾਜ਼ਰੀਨ ਨੂੰ ਦੇਣਾ ਚਾਹੋ, ਯੂ ਆਰ ਮੋਸਟ ਵੈਲਕਮ ਸਰ। ਪਹਿਲਾਂ ਤਾਂ ਥੈਂਕ ਯੂ ਸੋ ਮਚ ਤੁਹਾਡਾ ਕਿ ਤੁਸੀਂ ਮੈਨੂੰ ਇੱਥੇ ਹੋਸਟ ਬੁਲਾਇਆ ਅੱਜ ਗੈਸਟ ਐਜ਼ ਅ ਗੈਸਟ। ਠੀਕ ਹੈ ਜੀ। ਮੈਂ ਇਹ ਕਹੂੰਗਾ ਕਿ ਮੇਰੇ ਫਾਦਰ ਸਾਹਿਬ ਹਮੇਸ਼ਾ ਇਹ ਮੈਨੂੰ ਬੋਲਦੇ ਰਹੇ ਨੇ ਕਿ ਚੀਜ਼ ਉਦੋਂ ਲਓ ਜਦੋਂ ਮਾਰਕੀਟ ਕ੍ਰੈਸ਼ ਹੋਵੇ। ਅੱਛਾ, ਰਾਈਟ ਨਾਓ ਮੈਂ ਇਹ ਨਹੀਂ ਕਹਿ ਰਿਹਾ ਕਿ ਹਰ ਕਿਸੇ ਲਈ ਸਿਚੁਏਸ਼ਨ ਉਹੀ ਹੋਊਗੀ, ਬਟ ਆਪਣੀ ਸਿਚੁਏਸ਼ਨ ਨੂੰ ਸਾਡੇ ਨਾਲ ਡਿਸਕਸ ਕਰੋ ਤੇ ਅਸੀਂ ਤੁਹਾਨੂੰ ਗਾਈਡ ਕਰਾਂਗੇ ਤੁਹਾਡੇ ਲਈ ਰਾਈਟ ਟਾਈਮ ਹੈਗਾ ਜਾਂ ਨਹੀਂ ਹੈਗਾ। ਬਟ ਮੋਸਟ ਆਫ ਦਾ ਟਾਈਮ ਰਾਈਟ ਨਾਓ ਹਰ ਬੰਦੇ ਲਈ ਰਾਈਟ ਟਾਈਮ ਹੈਗਾ, ਕਿਉਂਕਿ ਜਿਹੜੇ ਅੱਜ ਦੇ ਪ੍ਰਾਈਸਿਸ ਨੇ ਇਹ 2018, 19, 20 ਵਾਲੇ ਪ੍ਰਾਈਸਿਸ ਚੱਲ ਰਹੇ ਨੇ। ਅੱਛਾ ਜੀ। ਐਂਡ ਕ੍ਰਿਸਟਲ ਬੋਲ ਤਾਂ ਕਿਸੇ ਕੋਲ ਨਹੀਂ ਹੈਗਾ ਕਿ ਕਦੋਂ ਇੱਕਦਮ ਪ੍ਰਾਈਸ ਸ਼ੂਟ ਕਰ ਜਾਣ, ਬਟ ਐਜ਼ ਅ ਐਕਸਪਰਟ ਅਸੀਂ ਇਹ ਕਹਿ ਰਹੇ ਹਾਂ ਕਿ ਲਾਸਟ 25 ਇਅਰਸ ਦੇ ਸਟੈਟਸ ਦੇਖ ਕੇ ਕਿ ਅੱਗੇ ਆਉਣ ਵਾਲਾ ਟਾਈਮ ਦੇ ਵਿੱਚ ਪ੍ਰਾਈਸਿਸ ਡਿਫਰੈਂਟ ਹੋਣਗੇ ਤੁਹਾਡੇ। ਅੱਛਾ, ਤੋ ਤੁਸੀਂ ਸਾਡੀ ਰੀਮੈਕਸ ਨੂੰ ਕੰਟੈਕਟ ਕਰੋ, ਰੀਮੈਕਸ 골ਡ ਦੇ ਵਿੱਚ ਆਓ, ਤੁਸੀਂ ਸਾਨੂੰ ਕੰਟੈਕਟ ਕਰੋ ਤੇ ਤੁਹਾਨੂੰ ਅਸੀਂ ਪੂਰੀ ਹੈਲਪ ਕਰਾਂਗੇ। ਥੈਂਕ ਯੂ ਵੈਰੀ ਮਚ ਰਵੀ ਜੀ। ਹੁਣ ਜ਼ਰਾ ਥੋੜਾ ਜਿਹਾ ਗੋਡੀ ਘੁੰਮਣ ਜੀ ਔਰ ਰੀਮੈਕਸ 골ਡ ਦੇ ਬਾਰੇ ਵੀ ਗੱਲ ਹੋ ਜੇ। ਕਿਹਦਾ ਪਾਇਆ ਤੁਸੀਂ ਗੋਡੀ ਜੀ ਨੂੰ ਤੇ ਰੀਮੈਕਸ 골ਡ ਨੂੰ ਸਰ? ਜਦੋਂ ਮੈਂ ਰੀਮੈਕਸ 골ਡ ਦੇ ਵਿੱਚ ਗੋਡੀ ਭਾਜੀ ਨੂੰ ਮਿਲਣ ਆਇਆ ਤੇ ਮੈਨੂੰ ਨਹੀਂ ਪਤਾ ਸੀਗਾ ਮੈਂ ਕੀ ਕੰਮ ਕਰਨਾ ਹੈ, ਕਿਵੇਂ ਕਰਨਾ ਹੈ। ਲਾਈਕ ਮੈਂ ਬਸ ਇੱਕ ਆਪਣਾ ਸੋਚ ਕੇ ਆਇਆ ਸੀਗਾ ਜੀ ਮੈਂ ਭਾਜੀ ਟੀਮ ਬਣਾਣੀ ਆ। ਅੱਛਾ। ਐਂਡ ਮੈਂ ਟੌਪ 100 ਆਣਾ, ਬਟ ਮੈਨੂੰ ਨਹੀਂ ਪਤਾ ਸੀ ਕਿਵੇਂ। ਅੱਛਾ। ਐਂਡ ਗੋਡੀ ਭਾਜੀ ਨੇ, ਵਿਕ ਨੇ ਤੇ ਬੋਬੀ ਨੇ ਮੇਰੇ ਨਾਲ ਇੰਨੀ ਵਾਰੀ ਰਾਬਤਾ ਕੀਤੀ, ਗੱਲ ਕੀਤੀ ਕਿ ਤੁਸੀਂ ਕਿਵੇਂ ਕਰਨਾ, ਕਿਵੇਂ ਨਹੀਂ ਕਰਨਾ। ਐਂਡ ਉੱਪਰ ਵਾਲੇ ਦੇ ਉਹਨਾਂ ਦੀ ਮੇਨ ਤੇ ਬਲੈਸਿੰਗ ਮੇਰੇ ਪੇਰੈਂਟਸ ਦੇ ਨਾਲ ਤੁਸੀਂ ਕਹਿ ਲਓ ਕਿ ਅਸੀਂ ਲਾਸਟ 8 ਮੰਥ ਪਹਿਲਾਂ ਜੁਆਇਨ ਕੀਤਾ ਰੀਮੈਕਸ 골ਡ ਤੇ ਅਸੀਂ ਟੌਪ 100 ਇਨ ਕੈਨੇਡਾ ਆ, ਜਿਹੜੇ ਅਸੀਂ ਇੰਨੇ ਸਾਲਾਂ ਦੇ ਵਿੱਚ ਨਹੀਂ। ਵੈਰੀ ਗੁੱਡ, ਵੰਡਰਫੁਲ ਲੀਡਰਸ਼ਿਪ। 110% ਮੈਨੂੰ ਇੰਨੀ ਸਪੋਰਟ ਮਿਲੀ ਕਿ ਜੇ ਮੈਂ ਕਹਿ ਦਵਾਂ ਕਿ ਆ ਸਾਰਾ ਆਫਿਸ ਮੈਨੂੰ ਚਾਹੀਦਾ ਆ, they are okay with it। ਵੈਰੀ ਗੁੱਡ। ਐਨੀ ਟਾਈਮ ਜੇ ਮੈਂ ਕਹਿ ਦਵਾਂ ਮੈਨੂੰ ਆ ਹੈਲਪ ਚਾਹੀਦੀ ਆ, ਐਨੀ ਟਾਈਮ। ਈਵਨ ਦੋ ਕਿ ਰਾਤ ਦੇ 2 ਵਜੇ ਵੀ ਮੈਂ ਇੱਕ ਵਾਰੀ ਟੈਕਸਟ ਕੀਤਾ ਬੋਬੀ ਨੂੰ, ਆਈ ਸਟਿਲ ਰਿਮੈਂਬਰ ਜੀ। ਉਹਨੇ ਮੈਨੂੰ ਪਤਾ ਨਹੀਂ ਹਾਊ, ਲਾਈਕ ਵਿਦ ਇਨ ਅ ਆਵਰ ਉਹਨੇ ਨਾਲ ਹੀ ਮੈਸੇਜ ਦਾ ਰਿਪਲਾਈ, ਅੱਛਾ ਆ ਹੈਲਪ ਇਵੇਂ ਇਦਾਂ ਦਾ ਹੋ ਸਕਦਾ ਸੌਟ ਆਊਟ। ਸੋ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਉਹਨਾਂ ਵੱਲੋਂ ਹੈਲਪ ਆ ਸਾਨੂੰ। ਦੇਖੋ ਬੜੀ ਅਮੇਜ਼ਿੰਗ ਗੱਲ ਜੇ ਕਿ 700-800 ਏਜੰਟ ਹੋਣਾ, one of the biggest reality, ਔਰ ਕੋਈ ਵੀ ਏਜੰਟ ਖਾਓ ਕਿਸੇ ਲੈਵਲ ਤੇ ਵੀ ਕੰਮ ਕਰ ਰਿਹਾ ਹੈ, ਜੇ ਉਹਨੇ ਗੋਡੀ ਨੂੰ, ਬੋਬੀ ਨੂੰ ਜਾਂ ਵਿਕ ਨੂੰ ਫੋਨ ਕੀਤਾ, ਉਹਨਾਂ ਤਿੰਨਾਂ ਨੂੰ, ਤੇ ਗੋਡੀ ਜੀ ਨੇ 5 ਮਿੰਟ ਬਾਅਦ, 10 ਮਿੰਟ ਬਾਅਦ, ਮੈਕਸਿਮਮ ਅੱਧੇ ਘੰਟੇ ਬਾਅਦ ਫੋਨ ਜ਼ਰੂਰ ਕੀਤਾ। ਹੋ ਸਕਦਾ ਉਹ ਗੋਲਫ ਖੇਡ ਰਹੇ ਹੋਣ, ਹੋ ਸਕਦਾ ਉਹ ਦਫ਼ਤਰ 'ਚ ਬੈਠੇ ਮੀਟਿੰਗ ਕਰ ਰਹੇ ਹੋਣ। ਬਿਲਕੁਲ। ਫਾਰਗ ਹੋਣ ਤੋਂ ਬਾਅਦ ਉਹਨਾਂ ਦਾ ਕੰਮ ਹੁੰਦਾ ਪਹਿਲਾਂ ਕਿ ਸਾਰੇ ਜਿਹੜੇ ਕਾਲਾਂ ਆਈਆਂ ਉਹਨਾਂ ਨੂੰ ਰਿਟਰਨ ਕਰਨੀ ਔਰ ਪ੍ਰੋਪਰ ਗਾਈਡ ਕਰਨਾ। ਬਿਲਕੁਲ ਜੀ। ਤੇ ਇਹ ਜਿਹੜੇ ਰੀਅਲ ਸਟੇਟ ਏਜੰਟ ਸਾਡੇ ਹੈ ਨੇ, ਇਫ ਯੂ ਵਾਂਟ ਟੂ ਅਰਨ ਮਨੀ you have to reconsider, you have to consider coming to Remax Gold and in ਰਵੀ ਜੀ ਦੀ ਟੀਮ 'ਚ ਸ਼ਾਮਿਲ ਹੋ। ਇਹ ਤੁਹਾਨੂੰ ਗਾਈਡ ਕਰਨਗੇ ਔਰ ਤੁਹਾਨੂੰ ਦੱਸਣਗੇ ਕਿ ਹਾਊ ਟੂ ਸੈਲ ਦੀ ਰੀਅਲ ਸਟੇਟ। ਜਿਸ ਸ਼ਖਸ ਨੇ ਵਿਦਿਨ 8 months ਟੌਪ 99 ਰੈਂਕਿੰਗ ਲਈ ਹੈ ਪੂਰੇ ਵਰਲਡ ਦੇ ਵਿੱਚ, he can guide you anything, he will take care of you। ਮੈਂ ਛੋਟੀ ਜੀ ਚੀਜ਼ ਐਡ ਕਰ ਦਿੰਦਾ। ਪਲੀਜ਼ ਸਰ। ਸਪੋਜ਼ ਕਰੋ ਕਿ ਮੈਂ ਜਿੰਨਾ ਕਮਾਇਆ ਹੋਊਗਾ ਪਿਛਲੇ 1 ਸਾਲ ਦੇ ਵਿੱਚ, ਮੰਨ ਲਓ ਕਿ ਜਦੋਂ ਰੀਮੈਕਸ 골ਡ ਜੁਆਇਨ ਕਰਨ ਤੋਂ ਪਹਿਲਾਂ, ਉਹ ਅਸੀਂ ਆਲਰੇਡੀ
ਰੀਮੈਕਸ 골ਡ ਦੀ ਹੈਲਪ ਕਰਕੇ 6 ਮਹੀਨਿਆਂ ਚ ਕਮਾਇਆ ਜੀ। ਅੱਛਾ ਜੀ। ਮੈਂ ਇਸ ਤੋਂ ਵੱਡਾ ਨਹੀਂ ਕਹੂੰਗਾ ਕਿ ਅਸੀਂ ਇਟਸ ਨਾਟ 100,000 200,000 300,000 ਮਚ ਬਿਗਰ ਫਿਗਰ। ਰੀਮੈਕਸ 골ਡ ਦੀ ਉਹ ਗੋਲਡੀ ਭਾਈ ਦੀ ਹੈਲਪ ਦੇ ਨਾਲ ਹੀ ਅਸੀਂ ਉਹ ਅਚੀਵ ਕੀਤਾ ਆ। ਅੱਛਾ ਜੀ। ਇਹ ਰਿਐਲਿਟੀ ਹੈ ਜੀ, ਕੋਈ ਮੰਨੇ ਨਾ ਮੰਨੇ ਬਟ ਯੈਸ ਅਸੀਂ ਬਹੁਤ ਗ੍ਰੇਟਫੁਲ ਫੀਲ ਕਰਦੇ ਹਾਂ ਸਮਟਾਈਮਸ ਕਿ ਸਾਨੂੰ ਇੰਨੀ ਵੱਡੀ ਸਪੋਰਟ ਮਿਲਦੀ ਹੈ। ਵੈਰੀ ਗੁੱਡ ਸਰ, ਵੈਰੀ ਗੁੱਡ। ਰਵੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਆਉਣ ਦਾ। ਇੱਕ ਵਾਰੀ ਆਪਣਾ ਨਾਮ ਔਰ ਨੰਬਰ ਫੇਰ ਦੱਸ ਦਿਓ। ਮੇਰਾ ਨਾਮ ਰਵੀ ਧੀਰ ਹੈ ਜੀ। ਮੇਰਾ ਕੰਟੈਕਟ ਨੰਬਰ 4377884195 हैगा। थैंक यू सो मच। थैंक यू वेरी मच नाजरीन, बहुत शुक्रिया आपका। आपने बहुत एक्सपीरियंस्ड रियल्टर, वेरी यंग रियल्टर, उनकी बातें सुनी जो आपको गैस स्टेशन भी दिलवाएंगे। आप इनसे रब्ता करें, इन्होंने नंबर भी बताया है। कीप वॉचिंग द मोस्ट ऑथेंटिक रियल एस्टेट शो इन सिटी गोल्ड होम्स। बहुत बहुत शुक्रिया, थैंक यू।